ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰ ਰਹੇ ਹਾਂ ਤੀਜੀ ਜਮਾਤ ਦੀ ਕਿਤਾਬ ਉਹਦਾ 8ਵਾਂ ਪਾਠ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਨਾਂ ਹੈ ਦੇਖੋ, ਠਹਿਰੋ ਅਤੇ ਜਾਓ। ਯਾਨੀ ਕਿ ਦਿਨ ਬੱਤੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਤੇ ਇੱਥੇ ਇਸ ਪਾਠ ਵਿੱਚ ਆਪਾਂ ਸੜਕ ਤੇ ਚੱਲਣ ਵਾਲੇ ਨਿਯਮਾਂ ਬਾਰੇ ਗੱਲਬਾਤ ਕਰਾਂਗੇ ਤੇ ਕਿੱਦਾਂ ਉਹਨਾਂ ਨਿਯਮਾਂ ਦਾ ਪਾਲਣ ਕਰਕੇ ਅਸੀਂ ਦੁਰਘਟਨਾ ਹੋਣ ਤੋਂ ਬਚਾ ਸਕਦੇ ਹਾਂ। ਆਓ ਸ਼ੁਰੂ ਕਰੀਏ। ਨੀਮੂ ਤੇ ਟਿੰਕੂ ਪਹਿਲੀ ਵਾਰ ਚੰਡੀਗੜ੍ਹ ਆਏ ਸਨ। ਉਹਨਾਂ ਦੇ ਮਾਮਾ ਜੀ ਚੰਡੀਗੜ੍ਹ ਰਹਿੰਦੇ ਸਨ। ਮਾਮਾ ਜੀ ਦਾ ਇੱਕ ਪੁੱਤਰ ਸੀ ਜਿਸ ਦਾ ਨਾਂ ਸਿਮਰਨ ਸੀ। ਉਹ ਨੀਮੂ ਤੇ ਟਿੰਕੂ ਤੋਂ ਥੋੜਾ ਵੱਡਾ ਸੀ। ਸ਼ਾਮ ਨੂੰ ਸਿਮਰਨ ਉਹਨਾਂ ਨੂੰ ਬਾਜ਼ਾਰ ਘੁਮਾਉਣ ਲੈ ਗਿਆ। ਬਾਜ਼ਾਰ ਉਹਨਾਂ ਦੇ ਘਰ ਤੋਂ ਥੋੜੀ ਹੀ ਦੂਰ ਸੀ। ਬਾਜ਼ਾਰ ਜਾਣ ਲਈ ਉਹਨਾਂ ਨੇ ਇੱਕ ਸੜਕ ਪਾਰ ਕਰਨੀ ਸੀ ਤੇ ਇੱਥੇ ਹੋਇਆ ਕੀ ਬੱਚਿਓ ਕਿ ਦੋ ਬੱਚੇ ਨੀਮੂ ਤੇ ਟਿੰਕੂ ਪਹਿਲੀ ਵਾਰ ਚੰਡੀਗੜ੍ਹ ਗਏ ਸਨ। ਉੱਥੇ ਉਹਨਾਂ ਦੇ ਮਾਮਾ ਜੀ ਰਹਿੰਦੇ ਸਨ ਤੇ ਉਹਨਾਂ ਦੇ ਮਾਮਾ ਜੀ ਦਾ ਇੱਕ ਪੁੱਤਰ ਸੀ ਜਿਹਦਾ ਨਾਂ ਸਿਮਰਨ ਸੀ। ਉਹ ਮੀਨੂ ਤੇ ਟਿੰਕੂ ਤੋਂ ਥੋੜਾ ਜਿਹਾ ਵੱਡਾ ਸੀ ਤੇ ਸ਼ਾਮ ਨੂੰ ਉਹਨਾਂ ਦੇ ਭਰਾ ਸਿਮਰਨ ਨੇ ਸੋਚਿਆ ਵੀ ਉਹ ਉਹਨਾਂ ਨੂੰ ਬੱਚਿਆਂ ਨੂੰ ਬਾਜ਼ਾਰ ਘੁਮਾ ਕੇ ਲੈ ਕੇ ਆਂਦਾ ਆਪਣੇ ਭਰਾਵਾਂ ਭੈਣਾਂ ਨੂੰ। ਤੇ ਬਾਜ਼ਾਰ ਜਿਹੜਾ ਸੀ ਉਹ ਥੋੜੀ ਦੂਰ ਸੀ ਘਰ ਤੋਂ, ਪਰ ਉੱਥੇ ਜਾਣ ਲਈ ਉਹਨਾਂ ਨੂੰ ਇੱਕ ਸੜਕ ਪਾਰ ਕਰਨੀ ਸੀ। ਅੱਗੇ ਹੈ ਸੜਕ ਉੱਤੇ ਸਾਈਕਲਾਂ, ਸਕੂਟਰਾਂ, ਕਾਰਾਂ, ਟੈਂਪੂਆਂ ਅਤੇ ਰਿਕਸ਼ਿਆਂ ਦੀ ਭੀੜ ਸੀ। ਪੈਦਲ ਜਾਣ ਵਾਲੇ ਲੋਕਾਂ ਦੀ ਵੀ ਕਾਫੀ ਭੀੜ ਸੀ। ਤੁਰਦਿਆਂ ਤੁਰਦਿਆਂ ਮੀਨੂ ਨੇ ਕਿਹਾ, ਦੇਖੋ ਵੀਰੇ ਸਾਹਮਣੇ ਕੀ ਹੋ ਰਿਹਾ ਹੈ। ਤਾਂ ਹੋਇਆ ਕਿ ਜਦੋਂ ਸੜਕ ਤੇ ਜਾ ਰਹੇ ਸੀ, ਸੜਕ ਪਾਰ ਕਰਦੇ ਵੇਲੇ ਉਹਨਾਂ ਨੇ ਦੇਖਿਆ ਸਾਈਕਲ ਹੈ, ਸਕੂਟਰ ਹੈਗੇ ਨੇ, ਕਾਰ ਹੈਗੇ ਨੇ, ਟੈਂਪੂ ਹੈਗੇ ਨੇ, ਰਿਕਸ਼ਾ ਹੈਗੇ ਨੇ, ਇੰਨੇ ਸਾਰੇ ਤੇ ਨਾਲ ਨਾਲ ਪੈਦਲ ਜਾਣ ਵਾਲੇ ਲੋਕਾਂ ਦੀ ਵੀ ਬਹੁਤ ਭੀੜ ਸੀ। ਤਾਂ ਥੋੜੀ ਅੱਗੇ ਜਾ ਕੇ ਮੀਨੂ ਨੇ ਕਿਹਾ, ਦੇਖੋ ਵੀਰੇ ਉਹ ਕੀ ਹੋ ਰਿਹਾ ਹੈ। ਦੇਖਦੇ ਹਾਂ ਕੀ ਹੋ ਰਿਹਾ ਸੀ। ਟਿੰਕੂ ਨੇ ਸਾਹਮਣੇ ਦੇਖਿਆ ਚੌਕ ਤੇ 4 ਖੰਭੇ ਲੱਗੇ ਹੋਏ ਸਨ। ਇੱਕ ਖੰਭੇ ਉੱਤੇ ਕਦੇ ਲਾਲ ਬੱਤੀ ਜਗਦੀ ਸੀ, ਕਦੇ ਪੀਲੀ ਤੇ ਕਦੇ ਹਰੇ ਰੰਗ ਦੀ ਬੱਤੀ ਜਗਦੀ ਸੀ। ਮੀਨੂ ਤੇ ਟਿੰਕੂ ਹੈਰਾਨ ਹੋ ਗਏ। ਉਹ ਇੱਧਰ ਉੱਧਰ ਦੇਖਣ ਲੱਗੇ ਕਿ ਇਹਨਾਂ ਬੱਤੀਆਂ ਨੂੰ ਕੌਣ ਜਗਾ ਬੁਝਾ ਰਿਹਾ ਹੈ, ਪਰ ਉੱਥੇ ਤਾਂ ਕੋਈ ਨਹੀਂ ਸੀ। ਸਾਈਕਲਾਂ, ਸਕੂਟਰਾਂ ਤੇ ਕਾਰਾਂ ਵਾਲੇ ਲਾਲ ਰੰਗ ਦੀ ਬੱਤੀ ਦੇਖ ਕੇ ਰੁਕ ਜਾਂਦੇ ਸਨ। ਹਰੀ ਬੱਤੀ ਤੇ ਜਗਦਿਆਂ ਹੀ ਸਭ ਚੱਲ ਪੈਂਦੇ ਸਨ। ਦੋਹਾਂ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ। ਉਹ ਕੁਝ ਦੇਰ ਖੜੇ ਇਹ ਸਭ ਦੇਖਦੇ ਰਹੇ ਤੇ ਹੋਇਆ ਕਿ ਜਦ ਬੱਚੇ ਨੇ ਸਾਹਮਣੇ ਜਾ ਕੇ ਦੇਖਿਆ ਟਿੰਕੂ ਨੇ, ਤਾਂ ਉਹਨੇ ਦੇਖਿਆ ਵੀ ਚੌਂਕ ਦੇ ਵਿੱਚ 4 ਖੰਭੇ ਲੱਗੇ ਹੋਏ ਸਨ। ਇੰਜ ਕਰਕੇ 4 ਸੜਕਾਂ ਸੀ ਨਾ, ਜੇ ਇੱਕ ਪਾਸੇ ਲਾਲ ਸੀ, ਦੂਜੇ ਪਾਸੇ ਪੀਲੀ ਤੇ ਇੱਧਰਲੇ ਪਾਸੇ ਹਰੀ, ਫਿਰ ਇੱਥੇ ਲਾਲ। ਇੱਕ ਟਾਈਮ ਤੇ ਸਿਰਫ ਇੱਕ ਪਾਸੇ ਦੀ ਬੱਤੀ ਹਰੀ ਹੋਈ ਸੀ। ਤਾਂ ਦੋਨੋਂ ਬੱਚੇ ਬੜੇ ਹੈਰਾਨ ਹੋ ਗਏ ਵੀ ਇਹ ਬੱਤੀਆਂ ਨੂੰ ਜਗਾ ਬੁਝਾ ਕੌਣ ਰਿਹਾ ਹੈ। ਦੋਨਾਂ ਨੇ ਇੱਧਰ ਉੱਧਰ ਦੇਖਣਾ ਸ਼ੁਰੂ ਕੀਤਾ ਪਰ ਕੋਈ ਵੀ ਨਹੀਂ ਦਿਖਿਆ। ਪਰ ਜਿਹੜੇ ਸਾਈਕਲਾਂ ਵਾਲੇ ਸੀ, ਸਕੂਟਰਾਂ ਵਾਲੇ ਸੀ, ਕਾਰਾਂ ਵਾਲੇ ਸੀ, ਉਹ ਆਪਣੇ ਆਪ ਸਮਝ ਜਾਂਦੇ ਸੀ ਵੀ ਲਾਲ ਬੱਤੀ ਹੈ ਤਾਂ ਅਸੀਂ ਰੁਕਣਾ ਹੈ, ਹਰੀ ਬੱਤੀ ਹੈ ਤਾਂ ਅਸੀਂ ਤੁਰ ਪੈਣਾ ਹੈ। ਪਰ ਇਹ ਗੱਲ ਦੋਹਾਂ ਦੀ ਸਮਝ ਵਿੱਚ ਨਹੀਂ ਆ ਰਹੀ ਸੀ ਤੇ ਥੋੜੀ ਦੇਰ ਤੱਕ ਉਹ ਸਭ ਕੁਝ ਦੇਖਦੇ ਰਹੇ ਖੜੇ ਹੋ ਕੇ। ਉਸ ਤੋਂ ਬਾਅਦ ਸਿਮਰਨ ਕੁਝ ਕਹਿਣ ਹੀ ਲੱਗਾ ਸੀ ਕਿ ਇੰਨੇ ਨੂੰ ਮੀਨੂ ਤੇ ਟਿੰਕੂ ਨੇ ਸਿਮਰਨ ਤੋਂ ਬੱਤੀਆਂ ਬਾਰੇ ਪੁੱਛਿਆ, ਇਹ ਕਿਉਂ ਲਾਈਆਂ ਹਨ
ਤੇ ਇਹ ਕਿਵੇਂ ਜਗਦੀਆਂ ਤੇ ਬੁਝਦੀਆਂ ਹਨ। ਤੇ ਅਜੇ ਸਿਮਰਨ ਕੁਝ ਦੱਸਣ ਹੀ ਲੱਗਾ ਸੀ, ਜੋ ਚੰਡੀਗੜ੍ਹ ਦਾ ਰਹਿਣ ਵਾਲਾ ਸੀ, ਤਾਂ ਇੰਨੇ ਨੂੰ ਮੀਨੂ ਤੇ ਟਿੰਕੂ ਰੋਕ ਨਹੀਂ ਪਾਏ ਆਪਣੇ ਆਪ ਨੂੰ, ਤੇ ਉਹਨਾਂ ਨੂੰ ਆਪ ਹੀ ਪੁੱਛ ਲਿਆ ਸਿਮਰਨ ਨੇ ਵੀ ਇਹ ਕੀ ਹੋ ਰਿਹਾ ਹੈ ਤੇ ਬੱਤੀਆਂ ਕਿਉਂ ਲੱਗੀਆਂ ਹੋਈਆਂ ਨੇ, ਕੌਣ ਇਹਨਾਂ ਨੂੰ ਜਲਾ ਤੇ ਬੁਝਾ ਰਿਹਾ ਹੈ। ਸਿਮਰਨ ਤਾਂ ਪਹਿਲਾਂ ਹੀ ਉਹਨਾਂ ਨੂੰ ਇਹਨਾਂ ਬੱਤੀਆਂ ਬਾਰੇ ਦੱਸਣਾ ਚਾਹੁੰਦਾ ਸੀ। ਉਸਨੇ ਦੱਸਿਆ ਕਿ ਇਹ ਬੱਤੀਆਂ ਆਵਾਜਾਈ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਹਨ। ਦੇਖੋ, ਉਹ ਲਾਲ ਬੱਤੀ ਹੋ ਗਈ ਹੈ, ਇਧਰੋਂ ਜਾਣ ਵਾਲੇ ਸਾਰੇ ਰੁਕ ਗਏ ਹਨ। ਪੀਲੀ ਬੱਤੀ ਹੋਣ ਉੱਤੇ ਇਹ ਸਭ ਚੱਲਣ ਲਈ ਤਿਆਰ ਹੋਣਗੇ ਤੇ ਹਰੀ ਬੱਤੀ ਹੋਣ ਨਾਲ ਸਭ ਚੱਲ ਪੈਣਗੇ। ਇਸ ਤਰ੍ਹਾਂ ਕਰਨ ਨਾਲ ਸੜਕ ਉੱਤੇ ਕੋਈ ਦੁਰਘਟਨਾ ਨਹੀਂ ਹੁੰਦੀ। ਤਾਂ ਸਿਮਰਨ ਉਹਨਾਂ ਨੂੰ ਪਹਿਲਾਂ ਹੀ ਦੱਸਣ ਵਾਲਾ ਸੀ ਵੀ ਬੱਤੀਆਂ ਬਾਰੇ ਮੈਂ ਪਹਿਲਾਂ ਹੀ ਸਮਝਾ ਦਿੰਦਾ। ਤੇ ਉਹਨੇ ਦੇਖਿਆ ਵੀ ਉਹ ਦੇਖੋ, ਹੁਣ ਤੁਸੀਂ ਸਾਰੇ ਨਿਗਾਹ ਮਾਰੋ, ਲਾਲ ਬੱਤੀ ਹੋ ਗਈ। ਇਹ ਜਿਹੜੀਆਂ ਤਿੰਨੋਂ ਬੱਤੀਆਂ ਹੈਗੀਆਂ ਨੇ ਆਵਾਜਾਈ ਨੂੰ ਠੀਕ ਕਰਕੇ ਚਲਾਉਂਦੀਆਂ ਨੇ ਤਾਂ ਕਿ ਦੁਰਘਟਨਾ ਨਾ ਹੋਏ। ਜਿਵੇਂ ਲਾਲ ਬੱਤੀ, ਇੱਥੇ ਸਾਰੇ ਰੁਕ ਜਾਂਦੇ ਨੇ ਲਾਲ ਬੱਤੀ ਦੇਖ ਕੇ। ਪੀਲੀ ਬੱਤੀ ਤੇ ਸਾਰੇ ਤਿਆਰ ਹੋ ਜਾਂਦੇ ਨੇ, ਗੱਡੀਆਂ ਸਟਾਰਟ ਕਰ ਲੈਂਦੇ ਨੇ ਆਪਣੀਆਂ, ਤੇ ਹਰੀ ਬੱਤੀ ਹੋਣ ਤੇ ਉਹ ਸੜਕ ਤੇ ਤੁਰ ਪੈਂਦੇ ਨੇ। ਤੇ ਜੇ ਇਹਨਾਂ ਬੱਤੀਆਂ ਦਾ ਪਾਲਣ ਕੀਤਾ ਜਾਏ ਤਾਂ ਸੜਕ ਤੇ ਕੋਈ ਦੁਰਘਟਨਾ ਨਹੀਂ ਹੁੰਦੀ। ਸਿਮਰਨ ਨੇ ਉਹਨਾਂ ਨੂੰ ਸੜਕ ਉੱਤੇ ਚੱਲਣ ਦੇ ਹੋਰ ਵੀ ਕਈ ਨਿਯਮ ਸਮਝਾਏ। ਸਿਮਰਨ ਨੇ ਦੱਸਿਆ, ਸਾਨੂੰ ਸਦਾ ਆਪਣੇ ਖੱਬੇ ਹੱਥ ਚੱਲਣਾ ਚਾਹੀਦਾ ਹੈ। ਸੜਕ ਪਾਰ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ। ਸਾਨੂੰ ਪਹਿਲਾਂ ਆਪਣੇ ਸੱਜੇ ਪਾਸੇ ਦੇਖਣਾ ਚਾਹੀਦਾ ਹੈ, ਫਿਰ ਅੱਧੀ ਸੜਕ ਪਾਰ ਕਰਨ ਤੋਂ ਬਾਅਦ ਖੱਬੇ ਪਾਸੇ ਦੇਖਣਾ ਚਾਹੀਦਾ ਹੈ। ਜੇਕਰ ਸੜਕ ਖਾਲੀ ਨਾ ਹੋਵੇ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ। ਚੌਂਕ ਵਿੱਚ ਪੈਦਲ ਚੱਲਣ ਵਾਲਿਆਂ ਲਈ ਸੜਕ ਉੱਤੇ ਨਿਸ਼ਾਨ ਲੱਗੇ ਹੁੰਦੇ ਹਨ, ਇਹਨਾਂ ਨੂੰ ਜ਼ੈਬਰਾ ਕ੍ਰਾਸਿੰਗ ਕਹੀਦਾ। ਆ ਦੇਖੋ, ਜ਼ੈਬਰਾ ਕ੍ਰਾਸਿੰਗ। ਸਿਮਰਨ ਨੇ ਉਹਨਾਂ ਨੂੰ ਨਾ ਕੇਵਲ ਬੱਤੀਆਂ ਬਾਰੇ ਬਲਕਿ ਸੜਕ ਉੱਤੇ ਚੱਲਣ ਵਾਲੇ ਹੋਰ ਵੀ ਨਿਯਮ ਦੱਸੇ, ਤੇ ਉਹਨੇ ਦੱਸਿਆ ਵੀ ਸਾਨੂੰ ਹਮੇਸ਼ਾ ਬੱਚਿਓ ਖੱਬੇ ਹੱਥ ਚੱਲਣਾ ਚਾਹੀਦਾ ਹੈ। ਤੇ ਜਦ ਤੁਸੀਂ ਸੜਕ ਪਾਰ ਕਰ ਰਹੇ ਹੋ, ਕਦੇ ਵੀ ਮੋਬਾਈਲ ਨਾ ਇਸਤੇਮਾਲ ਕਰੋ, ਨਾ ਕਾਲੀ ਕਰੋ। ਤੇ ਜਦ ਤੁਸੀਂ ਸੜਕ ਪਾਰ ਕਰਨ ਵਾਲੇ ਹੋਵੋ, ਸਭ ਤੋਂ ਪਹਿਲਾਂ ਆਪਣੇ ਸੱਜੇ ਪਾਸੇ ਦੇਖੋ, ਥੋੜੀ ਸੜਕ ਪਾਰ ਕਰ ਲਓ। ਅੱਧੀ ਕੁ ਜਦ ਸੜਕ ਪਾਰ ਹੋ ਜਾਏ, ਉਸ ਤੋਂ ਬਾਅਦ ਖੱਬੇ ਪਾਸੇ ਦੇਖੋ। ਪਰ ਜੇਕਰ ਸੜਕ ਖਾਲੀ ਨਾ ਹੋਵੇ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਤਾਂ ਕਿ ਦੁਰਘਟਨਾ ਨਾ ਹੋਏ। ਤੇ ਉਹਨਾਂ ਨੇ ਕਿਹਾ, ਸਿਮਰਨ ਨੇ, ਵੀ ਚੌਂਕ ਵਿੱਚ ਵੀ ਮੰਨ ਲਓ ਕੋਈ ਪੈਦਲ ਚੱਲ ਰਿਹਾ ਹੋਵੇ ਤਾਂ ਉਸ ਲਈ ਖਾਸ ਤੌਰ ਤੇ ਸੜਕ ਰੰਗੀ ਹੁੰਦੀ ਆ। ਦੇਖੋ, ਕਾਲੀ ਤੇ ਚਿੱਟੇ ਰੰਗ ਦੀ ਸੜਕ ਬਣਾਈ ਹੋਈ ਹੈ। ਤੇ ਜਦ ਆਪਾਂ ਇਹ ਸੜਕ ਪਾਰ ਕਰਨੀ ਹੁੰਦੀ ਹੈ ਤਾਂ ਪੈਦਲ ਚੱਲਿਆ ਵਾਲਿਆਂ ਲਈ ਇਹ ਸੜਕ ਹੁੰਦੀ ਹੈ, ਜਿਹਨੂੰ ਆਪਾਂ ਕੀ ਕਹਿੰਦੇ ਆ, ਜ਼ੈਬਰਾ ਕ੍ਰਾਸਿੰਗ। ਆ ਦੇਖੋ, ਇੱਥੇ ਬਣਾਈ ਹੋਈ ਹੈ ਤਸਵੀਰ ਜਿੱਥੇ ਤਿੰਨੋਂ ਬੱਚੇ ਖੜੇ ਨੇ। ਇੱਕ ਚੌਂਕ ਹੈਗਾ, ਇੱਥੇ ਬੱਤੀਆਂ ਹੈਗੀਆਂ ਨੇ, ਤੇ ਇਹ ਜ਼ੈਬਰਾ ਕ੍ਰਾਸਿੰਗ ਹੈ। ਤਾਂ ਇਹ ਤਿੰਨੋਂ ਕੌਣ ਨੇ? ਸਿਮਰਨ, ਮੀਨੂ ਤੇ ਟਿੰਕੂ। ਅੱਗੇ ਚੱਲਦੇ ਹਾਂ। ਸਿਮਰਨ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਚੌਂਕ ਵਿੱਚ ਸਿਪਾਹੀ ਖੜਾ ਹੋਵੇ ਤਾਂ ਸਾਨੂੰ ਉਸਦੇ ਹੱਥਾਂ ਤੇ ਇਸ਼ਾਰਿਆਂ ਅਨੁਸਾਰ ਚੱਲਣਾ ਚਾਹੀਦਾ ਹੈ। ਅੱਜ ਕੱਲ ਦੇ ਸਕੂਲਾਂ ਦੇ ਬੱਚਿਆਂ ਨੂੰ ਤਾਂ ਇਸ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ। ਤੇ ਸਿਮਰਨ ਨੇ ਦੱਸਿਆ ਵੀ ਭੈਣ ਤੇ ਭਰਾ, ਜੇਕਰ ਚੌਂਕ ਦੇ ਵਿਚਕਾਰ ਇੱਕ ਸਿਪਾਹੀ ਖੜਾ ਹੋਵੇ ਤਾਂ ਸਾਨੂੰ ਉਹਦੇ ਇਸ਼ਾਰੇ ਸਮਝਣੇ ਚਾਹੀਦੇ। ਜੇ ਉਹ ਹੱਥ ਅੱਗੇ ਕਰੇ, ਇਹਦਾ ਮਤਲਬ ਰੁਕ ਜਾਓ। ਜੇ ਉਹ ਕਹੇ ਤੁਰੋ ਤੁਰੋ ਤੁਰੋ, ਹੱਥ ਘੁਮਾਏ, ਇਹਦਾ ਮਤਲਬ ਵਧੋ ਅੱਗੇ। ਤੇ ਉਹਨੇ ਇਹ ਵੀ ਦੱਸਿਆ ਵੀ ਅੱਜ ਕੱਲ ਤਾਂ ਇਹ ਨਿਯਮਾਂ ਬਾਰੇ ਸਕੂਲਾਂ ਵਿੱਚ ਵੀ ਗੱਲ ਕੀਤੀ ਜਾਂਦੀ ਹੈ ਤਾਂ ਕਿ ਬੱਚੇ
ਧਿਆਨ ਨਾਲ ਸੜਕ ਨੂੰ ਪਾਰ ਕਰਨ ਤੇ ਦੁਰਘਟਨਾ ਨਾ ਹੋਏ। ਮੀਨੂ ਤੇ ਟਿੰਕੂ ਨੇ ਕਿਹਾ, ਵੀਰ ਜੀ, ਹੁਣ ਅਸੀਂ ਸਭ ਸਮਝ ਗਏ ਹਾਂ। ਇਸੇ ਖੁਸ਼ੀ ਵਿੱਚ ਬਾਜ਼ਾਰੋਂ ਆਈਸਕ੍ਰੀਮ ਖਾਂਦੇ ਹਾਂ। ਸਿਮਰਨ ਨੇ ਕਿਹਾ। ਆਈਸਕ੍ਰੀਮ ਦਾ ਨਾਂ ਸੁਣ ਕੇ ਮੀਨੂ ਤੇ ਟਿੰਕੂ ਖੁਸ਼ੀ-ਖੁਸ਼ੀ ਬਾਜ਼ਾਰ ਵੱਲ ਤੁਰ ਪਏ। ਤਾਂ ਹੋਇਆ ਕਿ ਐਨੇ ਵਿੱਚ ਮੀਨੂ ਤੇ ਟਿੰਕੂ ਨੇ ਕਿਹਾ ਵੀ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਆਪਾਂ ਕਾਫੀ ਕੁਝ ਸਿੱਖ ਗਏ ਹਾਂ ਸੜਕ ਦੇ ਨਿਯਮਾਂ ਬਾਰੇ। ਤੇ ਫਿਰ ਸਿਮਰਨ ਨੇ ਕਿਹਾ ਇਹ ਤਾਂ ਬਹੁਤ ਵਧੀਆ ਗੱਲ ਹੈ, ਜੇ ਤੁਸੀਂ ਇੰਨਾ ਕੁਝ ਸਿੱਖ ਗਏ ਹੋ ਹੁਣ ਤਾਂ ਤੁਹਾਡੇ ਲਈ ਆਈਸਕ੍ਰੀਮ ਬਣਦੀ ਹੈ। ਤਾਂ ਇਹ ਗੱਲ ਸੁਣ ਕੇ ਜਿਹੜੇ ਛੋਟੇ ਵੀਰ ਤੇ ਭੈਣ ਸੀ ਉਹ ਬਹੁਤ ਖੁਸ਼ ਹੋ ਗਏ ਤੇ ਉਹਨਾਂ ਨੇ ਖੁਸ਼ੀ-ਖੁਸ਼ੀ ਬਾਜ਼ਾਰ ਵੱਲ ਨੂੰ ਆਪਣਾ ਰੁਖ ਕਰ ਲਿਆ। ਅੱਗੇ ਹੈ ਬੱਚੋ ਪਾਠ ਅਭਿਆਸ। ਪਹਿਲਾ ਹੈਗਾ ਸ਼ਬਦ ਅਰਥ। ਆਓ ਔਖੇ ਸ਼ਬਦਾਂ ਦੇ ਅਰਥ ਪੜ੍ਹੀਏ। ਸਭ ਤੋਂ ਪਹਿਲਾ ਹੈਗਾ ਆਵਾਜਾਈ, ਯਾਨੀ ਕਿ ਆਉਣਾ ਜਾਣਾ, ਪੈਦਲ, ਤੁਰ ਕੇ, ਚੌਂਕ, ਜਿੱਥੋਂ ਚਾਰੇ ਦਿਸ਼ਾਵਾਂ ਨੂੰ ਸੜਕਾਂ ਨਿਕਲਦੀਆਂ ਹੋਣ। ਅਗਲਾ ਹੈ ਦੁਰਘਟਨਾ, ਮਾੜੀ ਘਟਨਾ। ਕਾਲੀ, ਜਿਹਦਾ ਮਤਲਬ ਹੈ ਜਲਦੀ। ਦੁਰਘਟਨਾ ਨੂੰ ਬੱਚੋ ਆਪਾਂ ਹਾਦਸਾ ਵੀ ਕਹਿ ਸਕਦੇ ਹਾਂ। ਅੱਗੇ ਹੈਗੇ ਨੇ ਮੌਖਿਕ ਪ੍ਰਸ਼ਨ। ਪਹਿਲਾ, ਮੀਨੂ ਅਤੇ ਟਿੰਕੂ ਪਹਿਲੀ ਵਾਰ ਕਿੱਥੇ ਆਏ ਸਨ? ਇੱਥੇ ਲਿਖ ਦਾਂਗੇ ਮੀਨੂ ਤੇ ਟਿੰਕੂ ਪਹਿਲੀ ਵਾਰ ਚੰਡੀਗੜ੍ਹ ਆਏ ਸਨ। ਉਹ ਪਹਿਲੀ ਵਾਰ ਚੰਡੀਗੜ੍ਹ ਆਏ ਸਨ। ਅਗਲਾ, ਚੌਂਕ ਵਿੱਚ ਕਿੰਨੇ ਖੰਭੇ ਲੱਗੇ ਹੋਏ ਸਨ? ਇੱਥੇ ਲਿਖਾਂਗੇ ਚੌਂਕ ਵਿੱਚ 4 ਖੰਭੇ ਲੱਗੇ ਸਨ। ਤੀਜਾ ਹੈ ਚੌਂਕ ਵਿੱਚ ਪੈਦਲ ਸੜਕ ਪਾਰ ਕਰਨ ਲਈ ਲੱਗੇ ਨਿਸ਼ਾਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜ਼ੈਬਰਾ ਕ੍ਰਾਸਿੰਗ। ਕਾਲੇ ਦੇ ਚਿੱਟੇ ਰੰਗ ਦੇ ਨਿਸ਼ਾਨ ਹੁੰਦੇ ਨੇ। ਠੀਕ ਹੈ। ਤੀਜਾ ਪ੍ਰਸ਼ਨ, ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਸਭ ਤੋਂ ਪਹਿਲਾ ਹੈ ਊੜਾ। ਚੌਂਕ ਦੀਆਂ ਬੱਤੀਆਂ ਸਾਡੀ ਡੈਸ਼ ਲਈ ਹਨ, ਰੁਕਾਵਟ ਲਈ ਜਾਂ ਸਹੂਲਤ ਲਈ? ਸਹੂਲਤ। ਐੜਾ, ਸਾਨੂੰ ਹਮੇਸ਼ਾ ਆਪਣੇ ਡੈਸ਼ ਹੱਥ ਤੁਰਨਾ ਚਾਹੀਦਾ ਹੈ। ਖੱਬੇ, ਹਮੇਸ਼ਾ ਖੱਬੇ ਹੱਥ ਤੁਰੋ। ਈੜੀ, ਜ਼ੈਬਰਾ ਕ੍ਰਾਸਿੰਗ ਡੈਸ਼ ਦੇ ਲੰਘਣ ਲਈ ਹੁੰਦੀ ਹੈ, ਪੈਦਲ ਚੱਲਣ ਵਾਲਿਆਂ ਜਾਂ ਰਿਕਸ਼ੇ ਵਾਲਿਆਂ? ਪੈਦਲ ਚੱਲਣ ਵਾਲਿਆਂ ਤੇ ਲੰਘਣ ਲਈ ਹੁੰਦੀ ਹੈ। ਠੀਕ ਹੈ। ਚੌਥਾ ਪ੍ਰਸ਼ਨ ਹੈ, ਠੀਕ ਵਾਕਾਂ ਦੇ ਅੱਗੇ ਠੀਕ ਦਾ ਨਿਸ਼ਾਨ ਅਤੇ ਗਲਤ ਵਾਕਾਂ ਦੇ ਅੱਗੇ ਗਲਤ ਦਾ ਨਿਸ਼ਾਨ ਲਾਓ। ਸਭ ਤੋਂ ਪਹਿਲਾਂ ਊੜਾ, ਸਾਨੂੰ ਹਰੀ ਬੱਤੀ ਹੋਣ ਤੇ ਚੱਲਣਾ ਚਾਹੀਦਾ ਹੈ। ਹਾਂਜੀ, ਇਹ ਬਿਲਕੁਲ ਠੀਕ ਹੈ। ਐੜਾ, ਪੀਲੀ ਬੱਤੀ ਹੋਣ ਤੇ ਸਾਨੂੰ ਦੌੜਨਾ ਚਾਹੀਦਾ ਹੈ। ਬਿਲਕੁਲ ਨਹੀਂ ਜੀ, ਪੀਲੀ ਬੱਤੀ ਹੋਣ ਤੇ ਸਾਨੂੰ ਦੌੜਨਾ ਨਹੀਂ ਚਾਹੀਦਾ, ਸਗੋਂ ਤੁਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਈੜੀ, ਲਾਲ ਬੱਤੀ ਹੋਣ ਤੇ ਸਾਨੂੰ
रुकना चाहिदा है। बिल्कुल जी, दुर्घटना नू दूर रखण लई रुकना ही चाहिदा है। सस्सा, सानू पहला अपने सज्जे पासे देखना चाहिदा है, फिर अद्धी सड़क पार करन बाद खब्बे पासे देखना चाहिदा है। ये जेड़ा हैगा ये बिल्कुल गलत है, उल्ट लिखिया होया है। ठीक है। हाँ, सानू चौंक विच खड़े सिपाही दे हत्थां दे इशारे अनुसार नहीं चलना चाहिदा। ये गलत है, बिल्कुल कहना मनना चाहिदा उन्हां दा। पंजवां प्रश्न है, हेठ लिखे प्रश्नां दे उत्तर दिओ। ऊड़ा, मीनू अते टिंकू दे मामा जी कित्थे रहिंदे सन? मीनू अते टिंकू दे मामा जी चंडीगढ़ रहंदे सन। एड़ा प्रश्न, चौंका विच बत्तियां क्यों लाइयां जांदियां हन? एदा उत्तर आएगा, चौंका विच बत्तियां आवाजाई कंट्रोल करन लई या आवाजाई नू चंगी तरह चलाउण लई लाइयां जांदियां हन। आओ लिखिए, चौंका विच बत्तियां, या तो तुसी लिख सकते हो आवाजाई नू कंट्रोल करन लई ठीक है, या तो ये लिख सकते हो कंट्रोल करन लई, या तुसी लिख सकते हो चंगी तरह चलाउण लई लाइयां जांदियां हन। आगे है ईड़ी, सड़क उत्ते चलण समय सानू किस हथ चलना चाहिदा है? सड़क उत्ते चलण समय हमेशा खब्बे हथ चलना चाहिदा है। सानू खब्बे हथ चलना चाहिदा है। अगला है छेवां, हेठ लिखे शब्दां नू वाकां विच वरतो। सब तो पहला हैगा बाजार। आपां लिख सकते हैं कल असी, या अपनी गल कर सकते हो मैं बाजार गए या गया सी। चौंक, चौंक विच बड़ी भीड़ सी। अगला है नियम, सड़क उत्ते चलते समय ये ध्यान रखना चाहिए भी सानू आवाजाई दे नियमां दी पालना करनी चाहिदी है। सड़क उत्ते
ਚੱਲਦੇ ਸਮੇਂ ਆਵਾਜਾਈ ਦੇ ਨਿਯਮ ਜਾਂ ਨਿਯਮਾਂ ਦੀ पालना करो। अगला शब्द है सदा। सदा आपने बुजुर्गां दा आदर करो। आगे चलते हैं। सस्सा हैगा समझो ते लिखो। सब तो पहला दसिया होया है मामा मामी, यानी कि लिंग बदल के लिखना है दादा दादी, चाचा चाची, पिता माता, नाना नानी। आगे है रचनात्मक कार्य। ट्रैफिक लाइटां विच दिते गए निर्देश अनुसार सही रंग भरो। इत्थे है रुको। रुको लिए आ जाएगा लाल रंग। आप भरता लाल रंग क्योंकि लाल बत्ती इशारा करती है भी रुको। देखो वो इशारा करती है पीली बत्ती ते इत्थे भरता मैं पीला रंग। भी तैयार हो जाओ, थोड़ी बारी आने वाली है। ते अगला हैगा चलो। चलन का इशारा करती है हरी बत्ती। इत्थे आ गया हरा रंग। इत्थे दिते हुए ने बच्चों कुछ सड़क के चिन्ह, रोड साइन। हुण इन्हां नूं समझ लेंदे आ। सब तो पहला इत्थे मोड़ के कटिया होया, इहदा मतलब हुंदा है बच्चों अगे वाल नूं चलदे हुए पिछे नूं मुड़ना मना है, वापस नहीं तुसी मुड़ सकते। इहदा हुंदा है यू टर्न मना है। अगला इत्थे बनाई हुई है, बंदा चल रहा है, ये बनाई हुई है ज़ेब्रा क्रॉसिंग। ज़ेब्रा क्रॉसिंग इसका मतलब है अगे जाते हुए सज्जे वाल मुड़ना मना है। लिख दिंदे आ इत्थे सज्जे मुड़ना मना है। इत्थे पी दा साइन है ते उन्होंने कटिया होया है, इहदा मतलब पार्किंग मना है। इत्थे तुसी गड्डी नहीं खड़ा सकते, इहदा मतलब है नो पार्किंग। ते इत्थे मैं लिख दिंदी हां गड्डी खड़ी करना मना है। इत्थे इहदा मतलब है हॉर्न बजाना मना है। आ देखो हॉर्न दा कटिया होया है ना निशान, ते इत्थे लिख दांगे हॉर्न बजाना मना है। ज्यादातर तुसी ये हस्पतालां ते स्कूलां दे नेड़े तेड़े देखोगे जिहा चिन्ह। ते इत्थे बच्चे पढ़ के वापस आ रहे ने, यानी कि इसका मतलब है अगे स्कूल है तां ध्यान नाल चलाओ अपनी गड्डी। ट्रैफिक नियमां नूं अपनाओ, जीवन नूं खुशहाल बनाओ। यानी कि ट्रैफिक दे नियमां दा पालन करो ते अपने जीवन नूं खुशहाल बनाओ, दुर्घटना
ਨਾ ਹੋਣ ਦਿਓ। ਠੀਕ ਹੈ ਬੱਚਿਓ, ਤੇ ਹੁਣ ਆਪਾਂ ਅਗਲੀ ਕਲਾਸ ਮਿਲਾਂਗੇ। ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਬਹੁਤ ਕੁਝ ਨਵਾਂ ਸਿੱਖਿਆ ਹੋਵੇਗਾ। ਅਗਲੀ ਕਲਾਸ ਤੱਕ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।